ਸਤਿ ਸ਼੍ਰੀ ਅਕਾਲ ਬੱਚਿਓ। ਅੱਗੇ ਅਸੀਂ ਕਰਾਂਗੇ ਪਾਲ ਕੌਰ ਜੀ ਦੀ ਲਿਖੀ ਕਵਿਤਾ ਚੋਰੀ ਯਾਰੀ। ਜਿਵੇਂ ਕਿ ਮੈਂ ਪਹਿਲਾਂ ਹੀ ਗੱਲ ਕਰ ਚੁੱਕੀ ਹਾਂ, ਪਾਲ ਕੌਰ ਜੀ ਨਾਰੀਵਾਦੀ ਦ੍ਰਿਸ਼ਟੀਕੋਣ ਵਾਲੀ ਕਵਿਤਰੀ ਹੈ ਤੇ ਇਹ ਕਵਿਤਾ ਵੀ ਉਹਨਾਂ ਦੇ ਨਾਰੀਵਾਦੀ ਦ੍ਰਿਸ਼ਟੀਕੋਣ ਨੂੰ ਪ੍ਰਗਟਾਉਂਦੀ ਹੈ। ਇਸ ਕਵਿਤਾ ਦੇ ਵਿੱਚ ਉਹ ਪਤਨੀ, ਦੋਸਤ, ਪ੍ਰੇਮਿਕਾ ਦੇ ਅਰਥਾਂ ਨੂੰ ਤਲਾਸ਼ ਕਰਦੀ ਹੈ ਤੇ ਮਰਦ ਦੇ ਕਿਰਦਾਰ ਦੀ ਵੀ ਗੱਲ ਕਰਦੀ ਹੈ। ਕੁਛ ਕ੍ਰਿਸ਼ਨ ਦੇ ਹਵਾਲਿਆਂ ਦੇ ਨਾਲ ਵੀ ਇਸਤਰੀ ਤੇ ਮਰਦ ਦੇ ਸੰਬੰਧਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਹੈ। ਕੀ ਲਿਖਦੀ ਹੈ? ਯਾਰੀਆਂ ਤਾਂ ਹੁੰਦੀਆਂ ਨੇ ਚੋਰੀ ਸਦਾ, ਪਰ ਬਦਲਦੇ ਨੇ ਅਰਥ, ਬਦਲਦੇ ਨੇ ਸਵਾਦ, ਬਦਲਦੇ ਨੇ ਦਰਦ। ਕਵਿਤਰੀ ਕਹਿੰਦੀ ਹੈ ਕਿ ਇਸਤਰੀ ਤੇ ਮਰਦ ਦੀ ਯਾਰੀ ਸਦਾ ਚੋਰੀ ਹੁੰਦੀ ਹੈ, ਕਿਉਂਕਿ ਸਮਾਜ ਇਹੋ ਜਿਹੇ ਸੰਬੰਧਾਂ ਨੂੰ ਤਰਜੀਹ ਨਹੀਂ ਦਿੰਦਾ, ਇੱਜ਼ਤ ਨਹੀਂ ਦਿੰਦਾ। ਪਰ ਕਹਿੰਦੀ ਇਸ ਯਾਰੀ ਦੇ ਹਮੇਸ਼ਾ ਅਰਥ, ਸਵਾਦ ਤੇ ਦਰਦ ਬਦਲਦੇ ਰਹਿੰਦੇ ਆ। ਵੇਲਾ ਸੀ ਇੱਕ ਕੋਈ ਮਿਲਦਾ, ਪੈਰਾਂ 'ਚ ਰਾਹ ਵਿਛਾਉਂਦਾ। ਕਹਿੰਦੀ ਮੈਨੂੰ ਜ਼ਿੰਦਗੀ ਦੇ ਵਿੱਚ ਕੋਈ ਐਸਾ ਸਮਾਂ ਸੀਗਾ ਜਦੋਂ ਕੋਈ ਮਿਲਦਾ, ਕੋਈ ਪਿਆਰ ਕਰਨ ਵਾਲਾ ਮਿਲਦਾ ਤਾਂ ਉਹ ਮੇਰੇ ਪੈਰਾਂ ਦੇ ਵਿੱਚ ਰਾਹ ਵਿਛਾਉਂਦਾ। ਸਭ ਬੇੜੀਆਂ ਉਤਾਰ ਤੁਰ ਵੀ ਪੈਂਦੀ, ਪਰ ਕੁਝ ਕਦਮਾਂ ਮਗਰੋਂ ਹੀ ਪੈਰ ਘਿਰ ਜਾਂਦੇ ਸਵਾਲਾਂ 'ਚ। ਤੇ ਇਸ ਤਰ੍ਹਾਂ ਉਹ ਆਪਣੇ ਪ੍ਰੇਮੀ ਦੇ ਮਗਰ ਸਾਰੀਆਂ ਸਮਾਜਿਕ ਬੇੜੀਆਂ, ਬੰਧਨਾਂ ਤੋਂ ਮੁਕਤ ਹੋ ਕੇ, ਉਹਨਾਂ ਨੂੰ ਉਤਾਰ ਕੇ ਉਹ ਤੁਰ ਵੀ ਪੈਂਦੀ ਉਹਦੇ ਨਾਲ ਜ਼ਿੰਦਗੀ ਬਤੀਤ ਕਰਨ ਦੇ ਲਈ। ਆਪਣਾ ਸਾਰਾ ਕੁਝ ਛੱਡ ਕੇ ਉਹਦੇ ਨਾਲ ਜਾਣ ਲਈ ਤਿਆਰ ਵੀ ਹੋ ਜਾਂਦੀ। ਪਰ ਕਹਿੰਦੀ ਕੁਝ ਕਦਮਾਂ ਮਗਰੋਂ ਹੀ ਪੈਰ ਘਿਰ ਜਾਂਦੇ ਸਵਾਲਾਂ 'ਚ। ਤੇ ਥੋੜਾ ਸਮਾਂ ਹੀ ਉਸ ਰਾਹ ਦੇ ਉੱਤੇ ਚੱਲਦੇ ਚੱਲਦੇ ਉਸ ਤੋਂ ਬਾਅਦ ਉਹਦੇ ਕਦਮ ਰੁਕ ਜਾਂਦੇ ਤੇ ਉਹ ਸੋਚਣ ਦੇ ਲਈ ਮਜਬੂਰ ਹੋ ਜਾਂਦੀ। ਤੇ ਕੁਝ ਸਵਾਲ ਉਹਦੇ ਸਾਹਮਣੇ ਆਉਂਦੇ। ਕਿਹੜੇ ਆਉਂਦੇ ਆ? ਰੁਕਮਣੀ ਹਾਂ, ਰਾਧਾ, ਜਾਂ ਫਿਰ ਗੋਪੀ ਕੋਈ? ਨਹੀਂ, ਮੈਂ ਤਾਂ ਤੁਰ ਸਕਦੀ ਹਾਂ ਸਿਰਫ ਰੁਕਮਣੀ ਦਾ ਰਾਹ। ਫਿਰ ਉਹਦੇ ਸਾਹਮਣੇ ਪ੍ਰਸ਼ਨ ਹੈ ਕਿ ਮੈਂ ਇਸ ਆਪਣੇ ਪ੍ਰੇਮੀ ਦੀ ਜ਼ਿੰਦਗੀ ਦੇ ਵਿੱਚ ਕੀ ਹਾਂ? ਰੁਕਮਣੀ ਹੈ, ਪਤਨੀ ਦਾ ਸਥਾਨ ਮੈਨੂੰ ਮਿਲੇਗਾ। ਰਾਧਾ, ਰਾਧਾ ਕੀ ਹੈ? ਕ੍ਰਿਸ਼ਨ ਦੀ ਪ੍ਰੇਮਿਕਾ। ਜਾਂ ਫਿਰ ਮੈਂ ਗੋਪੀ ਹਾਂ। ਗੋਪੀ ਕੌਣ ਹੈ? ਦੋਸਤ ਹੈ। ਕਹਿੰਦੀ ਫਿਰ ਉਹ ਸੋਚਦੀ ਹੈ ਕਿ ਨਹੀਂ, ਮੈਂ ਨਾ ਤਾਂ ਰਾਧਾ ਦੇ ਰਾਸਤੇ ਤੇ ਤੁਰ ਸਕਦੀ ਹਾਂ, ਨਾ ਮੈਂ ਗੋਪੀ ਬਣ ਸਕਦੀ ਹਾਂ, ਮੈਂ ਤਾਂ ਸਿਰਫ ਰੁਕਮਣੀ ਬਣ ਸਕਦੀ ਹਾਂ। ਮਤਲਬ ਮੈਂ ਤਾਂ ਪਤਨੀ ਬਣਨ ਨੂੰ ਤਰਜੀਹ ਦੇਵਾਂਗੀ। ਇੰਝ ਪਰਤ ਆਈ ਉਹਨਾਂ ਸਭ ਰਾਹਾਂ ਤੋਂ ਜੋ ਰੁਕਮਣੀ ਨਹੀਂ ਸਨ ਬਣਦੇ। ਤੇ ਇਸ ਤਰ੍ਹਾਂ ਉਹਨਾਂ ਸਾਰੇ ਰਿਸ਼ਤਿਆਂ ਨੂੰ ਠੁਕਰਾਉਂਦੀ ਹੈ ਜਿਹੜੇ ਉਹਨੂੰ ਰੁਕਮਣੀ ਬਣਾਉਣ ਦੇ ਲਈ ਤਿਆਰ ਨਹੀਂ ਹੈ। ਪਰ ਹਰ ਹਾਦਸਾ ਹੋ ਗਿਆ ਇੱਕ ਮੀਲ ਪੱਥਰ ਤੇ ਲੱਗਿਆ ਕਿ ਰਾਧਾ ਹੋਣਾ ਵੀ ਕੋਈ ਛੋਟੀ ਗੱਲ ਨਹੀਂ। ਤੇ ਇਸ ਤਰ੍ਹਾਂ ਉਹ ਰੁਕਮਣੀ ਬਣਨ ਬਾਰੇ ਸੋਚਦੀ ਹੈ ਤੇ ਰੁਕਮਣੀ ਦੇ ਰਾਸਤੇ ਦੇ ਉੱਤੇ ਚੱਲਦੇ ਚੱਲਦੇ ਇੱਕ ਹੋਰ ਹਾਦਸਾ ਹੋ ਜਾਂਦਾ ਜਿਹਨੂੰ ਉਹ ਮੀਲ ਪੱਥਰ ਦੱਸਦੀ ਹੈ। ਤੇ ਫਿਰ ਉਹਨੂੰ ਲੱਗਣ ਲੱਗ ਜਾਂਦਾ ਕਿ ਜੇਕਰ ਉਹ ਰਾਧਾ ਵੀ ਬਣੇ ਤਾਂ ਕੋਈ ਛੋਟੀ ਗੱਲ ਨਹੀਂ ਹੈ। ਪ੍ਰੇਮਿਕਾ ਬਣਨਾ ਵੀ ਕੋਈ ਛੋਟੀ ਗੱਲ ਨਹੀਂ ਹੈ। ਰਾਧਾ ਹੀ ਤਾਂ ਇਹ ਇੱਕ ਭਰਪੂਰ ਵਜੂਦ, ਭਰਪੂਰ ਵਜੂਦ ਮਤਲਬ ਅਸਲੀ ਆਪਾ। ਫਿਰ ਉਹਨੂੰ ਲੱਗਦਾ ਹੈ ਕਿ ਰਾਧਾ ਹੀ ਤਾਂ ਅਸਲੀ ਵਜੂਦ ਹੈ, ਕਿਉਂਕਿ ਕ੍ਰਿਸ਼ਨ ਦੇ ਨਾਲ ਤਾਂ ਰਾਧਾ ਦਾ ਹੀ ਨਾਮ ਵੱਜਦਾ ਹੈ। ਪਰ ਇੱਥੇ ਵੀ ਉਹਦਾ ਮਨ ਟਿਕਦਾ ਨਹੀਂ ਹੈ। ਪਰ ਇਸ ਮੋੜ ਤੇ ਫਿਰ ਕੋਈ ਆਇਆ ਤੇ ਰਾਧਾ ਰੁਕਮਣੀ ਨੂੰ ਉਲਝਾ ਕੇ ਤੁਰ ਗਿਆ। ਤੇ ਫਿਰ ਇਕੱਠਾ ਕਰ ਲਿਆਈ ਮੈਂ ਆਪਣਾ ਆਪ ਉਹਨਾਂ ਰਾਹਾਂ ਤੋਂ। ਪਰ ਹੁਣ ਜਦੋਂ ਉਹ ਰਾਧਾ ਦੇ ਰਾਸਤੇ ਦੇ ਉੱਤੇ, ਪ੍ਰੇਮਿਕਾ ਦੇ ਰਾਸਤੇ ਦੇ ਉੱਤੇ ਚੱਲਦੀ ਹੈ ਤਾਂ ਫਿਰ ਉਹਦੀ ਜ਼ਿੰਦਗੀ ਦੇ ਵਿੱਚ ਕੋਈ ਆਉਂਦਾ ਹੈ ਤੇ ਉਹ ਰੁਕਮਣੀ ਤੇ ਰਾਧਾ ਦੇ ਰਿਸ਼ਤੇ ਨੂੰ ਉਲਝਾ ਕੇ ਚਲਾ ਜਾਂਦਾ ਹੈ। ਤੇ ਫਿਰ ਕਵਿਤਰੀ ਆਪਣਾ ਆਪ ਇੱਕ ਵਾਰ ਫਿਰ ਸੰਭਾਲਦੀ ਹੈ ਇਹਨਾਂ ਰਾਹਾਂ ਤੋਂ। ਕਿਹੜੇ ਰਾਹਾਂ ਤੋਂ? ਜੋ ਨਾ ਰੁਕਮਣੀ ਹੁੰਦੇ ਸਨ ਤੇ ਨਾ ਰਾਧਾ। ਉਹ ਰਾਸਤੇ ਜਿਹੜੇ ਨਾ ਉਹਨੂੰ ਰੁਕਮਣੀ ਬਣਾ ਸਕਦੇ ਸੀਗੇ, ਪਤਨੀ ਬਣਾ ਸਕਦੇ ਸੀਗੇ, ਤੇ ਨਾ ਹੀ ਉਹਨੂੰ ਪ੍ਰੇਮਿਕਾ। ਫਿਰ ਵਕਤ ਆਇਆ ਕਿ ਖੋਲ ਦਿੱਤੀ ਮੁੱਠ, ਉਤਾਰ ਦਿੱਤੇ ਸਭ ਲਿਵਾਸ, ਤੇ ਜਾਣਿਆ ਕਿ ਹੋਵੇ ਕੋਈ ਕ੍ਰਿਸ਼ਨ ਜਿਹਾ ਤਾਂ ਗੋਪੀ ਹੋਣਾ ਵੀ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ। ਫਿਰ ਕਹਿੰਦੀ ਜ਼ਿੰਦਗੀ 'ਚ ਐਸਾ ਮੋੜ ਆਇਆ, ਐਸਾ ਸਮਾਂ ਆਇਆ ਕਿ ਖੋਲ ਦਿੱਤੀ ਮੁੱਠ ਮਤਲਬ ਸਾਰੇ ਬੰਧਨ ਤੋੜ ਦਿੱਤੇ ਤੇ ਸਾਰੇ ਦਿਖਾਵੇ ਦੇ ਲਿਬਾਸ ਉਤਾਰ ਦਿੱਤੇ। ਤੇ ਫਿਰ ਉਹ ਸੋਚਦੀ ਹੈ ਕਿ ਜੇਕਰ ਕੋਈ ਕ੍ਰਿਸ਼ਨ ਵਰਗਾ ਹੋਵੇ ਤਾਂ ਗੋਪੀ ਹੋਣ ਦੇ ਵਿੱਚ ਵੀ, ਮਤਲਬ ਦੋਸਤ ਹੋਣ ਦੇ ਵਿੱਚ ਵੀ ਕੋਈ ਹਰਜ ਨਹੀਂ ਹੈ, ਤੇ ਇਹ ਵੀ ਕਿਸੇ ਕ੍ਰਿਸ਼ਮੇ ਚਮਤਕਾਰ ਤੋਂ ਘੱਟ ਨਹੀਂ ਹੈ। ਤੇ ਹੁਣ ਉਹ ਕ੍ਰਿਸ਼ਨ ਹੋਣ ਜਾਂ ਨਾ, ਪਰ ਮਿਲਦੇ ਨੇ ਕ੍ਰਿਸ਼ਨ ਬਣ ਬਣ, ਵਿਛਾਉਂਦੇ ਨੇ ਮੇਰੇ ਪੈਰਾਂ 'ਚ ਜ਼ਮੀਨ ਦਾ ਇੱਕ ਨਿੱਕਾ ਜਿਹਾ ਟੁਕੜਾ। ਤੇ ਕਵਿਤਰੀ ਹੁਣ ਕਹਿੰਦੀ ਹੈ ਕਿ ਜੇਕਰ ਹੁਣ ਅਸੀਂ ਦੇਖੀਏ ਤਾਂ ਸਾਰੇ ਮਰਦ ਇਸ ਤਰ੍ਹਾਂ ਮਿਲਦੇ ਆ ਜਿਵੇਂ ਉਹ ਕ੍ਰਿਸ਼ਨ ਹੋਣ,
ਭਾਵੇਂ ਉਹ ਕ੍ਰਿਸ਼ਨ ਹੋਣ ਜਾਂ ਨਾ ਹੋਣ, ਪਰ ਕ੍ਰਿਸ਼ਨ ਬਣ ਕੇ ਹੀ ਉਹ ਟੱਕਰਦੇ ਆ ਤੇ ਮੇਰੇ ਪੈਰਾਂ ਦੇ ਵਿੱਚ ਪਿਆਰ ਦੀ ਜ਼ਮੀਨ ਦਾ ਇੱਕ ਨਿੱਕਾ ਜਿਹਾ ਟੁਕੜਾ ਵਿਛਾਉਂਦੇ ਆ, ਜਿੱਥੇ ਬਸ ਖਲੋ ਕੇ ਕੁਝ ਚਿਰ ਬੋਲਦੇ ਨੇ ਇਸ਼ਕ ਮੁਹੱਬਤ ਦੇ ਸੰਵਾਦ। ਤੇ ਉਸ ਪਿਆਰ ਵਾਲੀ ਜ਼ਮੀਨ ਤੇ ਖੜੇ ਹੋ ਕੇ ਉਹਦੇ ਨਾਲ ਇਸ਼ਕ ਮੁਹੱਬਤ ਦੀਆਂ, ਪਿਆਰ ਦੀਆਂ ਚੰਗੀਆਂ ਚੰਗੀਆਂ ਗੱਲਾਂ ਕਰਦੇ ਆ। ਜ਼ਮੀਨ ਦੇ ਇਸ ਨਿੱਕੇ ਜਿਹੇ ਟੁਕੜੇ ਨੂੰ ਆਪਣੇ ਸ਼ਬਦਾਂ ਨਾਲ ਕੁਝ ਚਿਰ ਲਈ ਬਣਾ ਦਿੰਦੇ ਨੇ ਧਰਤੀ ਪੂਰੀ। ਤੇ ਉਹ ਐਡੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ, ਇੰਨੀਆਂ ਪਿਆਰੀਆਂ ਗੱਲਾਂ ਕਰਦੇ ਆ ਕਿ ਉਹ ਛੋਟੀ ਜਿਹੀ ਜ਼ਮੀਨ ਦਾ ਟੁਕੜਾ ਜਿੱਥੇ ਖੜੇ ਹੋ ਕੇ ਉਹ ਗੱਲਾਂ ਕਰ ਰਹੇ ਹੁੰਦੇ, ਪੂਰੀ ਧਰਤੀ ਮਹਿਸੂਸ ਹੋਣ ਲੱਗ ਜਾਂਦਾ। ਪਰ ਬੋਲਦੇ ਨੇ ਇੰਨੇ ਜ਼ਬਤ ਨਾਲ, ਜ਼ਬਤ ਮਤਲਬ ਸਮਝ ਸੋਚ ਕੇ, ਸੰਕੋਚ ਦੇ ਨਾਲ, ਕੋਈ ਦੇਖ ਨਾ ਲਵੇ, ਕਿ ਉਹਨਾਂ ਦੇ ਦੁਆਲੇ ਫੈਲੀ ਹਵਾ ਵੀ ਨਾ ਸੁਣ ਸਕੇ ਆਵਾਜ਼। ਪਰ ਇਹ ਹੁਣ ਦੇ ਕ੍ਰਿਸ਼ਨ ਕੀ ਕਰਦੇ ਆ, ਇੰਨਾ ਸੋਚ ਕੇ ਬੋਲਣਗੇ, ਜ਼ਬਤ ਦੇ ਨਾਲ ਬੋਲਣਗੇ ਕਿ ਕੋਈ ਤੀਸਰਾ ਬੰਦਾ ਉਹਨਾਂ ਨੂੰ ਸੁਣ ਨਾ ਲਵੇ, ਕੋਈ ਦੇਖ ਨਾ ਲਵੇ। ਜ਼ਮੀਨ ਦਾ ਇਹ ਨਿੱਕਾ ਜਿਹਾ ਟੁਕੜਾ ਤੁਰਨ ਲੱਗੇ ਤੈਅ ਕਰਕੇ ਕਿਸੇ ਚੋਰ ਜੇਬ 'ਚ ਲੁਕਾ ਜਾਂ ਸੁਰੱਖਿਅਤ ਕਰਦੇ ਨੇ। ਪਿਆਰ ਦੀ ਜ਼ਮੀਨ ਵਾਲਾ ਇਹ ਨਿੱਕਾ ਜਿਹਾ ਟੁਕੜਾ ਵੀ ਉਹ ਲੋਕਾਂ ਤੋਂ ਲੁਕੋ ਕੇ ਕਰਦੇ ਆ, ਮਤਲਬ ਦੋਸਤੀ ਵੀ ਉਹ ਲੋਕ ਚੋਰੀ ਕਰਦੇ ਆ ਤੇ ਆਪਣੇ ਆਪ ਨੂੰ ਸੁਰੱਖਿਅਤ ਕਰ ਲੈਂਦੇ ਆ ਕਿ ਸਾਡਾ ਰਿਸ਼ਤਾ ਵੀ ਕਿਸੇ ਦੇ ਸਾਹਮਣੇ ਖੁੱਲੇ ਨਾ। ਆਪਣੀ ਆਪਣੀ ਰੁਕਮਣੀ ਦਾ ਸੰਸਾਰ ਜਿਵੇਂ ਕਹਿੰਦੇ ਹੋਣ, ਜਾਂ ਸੁਰੱਖਿਅਤ ਕਰਦੇ ਨੇ ਆਪਣੀ ਆਪਣੀ ਰੁਕਮਣੀ ਦਾ ਸੰਸਾਰ ਜਿਵੇਂ ਕਹਿੰਦੇ ਹੋਣ, ਆ ਵੇਖ ਰੁਕਮਣੀ ਸਾਲਮ ਸਬੂਤਾ ਸੱਚਾ ਸੁੱਚਾ ਅੰਦਰੋਂ ਬਾਹਰੋਂ ਤੇਰਾ ਹੀ ਤਾਂ ਹਾਂ, ਗੋਪੀਆਂ ਦਾ ਕੀ ਬਥੇਰੀਆਂ ਫਿਰਦੀਆਂ ਨੇ ਦੁਆਲੇ। ਤੇ ਇਸ ਤਰ੍ਹਾਂ ਉਹ ਆਪਣੀ ਦੋਸਤੀ ਨੂੰ ਵੀ ਚੋਰੀ ਕਰਦੇ ਆ ਤੇ ਆਪਣੀ ਪਤਨੀ ਨੂੰ, ਉਹਦੇ ਸੰਸਾਰ ਨੂੰ ਵੀ ਸੁਰੱਖਿਅਤ ਕਰਦੇ ਆ। ਤੇ ਉਹਨੂੰ ਕਹਿੰਦੇ ਆ ਕਿ ਦੇਖ ਰੁਕਮਣੀ, ਆਪਣੀ ਪਤਨੀ ਨੂੰ ਕਹਿੰਦੇ ਆ ਕਿ ਮੈਂ ਤਾਂ ਸੱਚਾ ਸੁਥਰਾ ਬਾਹਰੋਂ ਅੰਦਰੋਂ ਤੇਰਾ ਹੀ ਹੈ, ਤੇ ਗੋਪੀਆਂ ਦਾ ਕੀ ਹੈ, ਦੋਸਤਾਂ ਦਾ ਕੀ ਹੈ, ਉਹ ਤਾਂ ਬਥੇਰੇ ਆਲੇ ਦੁਆਲੇ ਘੁੰਮਦੀਆਂ ਰਹਿੰਦੀਆਂ। ਸੋਚਦੀ ਹਾਂ ਜ਼ਮੀਨ ਦਾ ਇੱਕ ਨਿੱਕਾ ਜਿਹਾ ਟੁਕੜਾ ਕਿੱਡਾ ਵੱਡਾ ਭਰਮ। ਸੋ ਹੁਣ ਕਵਿਤਰੀ ਨੂੰ ਲੱਗਦਾ ਇਹ ਦੇਖੋ, ਉਹਨਾਂ ਨੇ ਪਹਿਲਾਂ ਰੁਕਮਣੀ ਦੇ ਰਿਸ਼ਤੇ ਨੂੰ ਸੋਚਿਆ, ਫਿਰ ਰਾਧਾ ਦੇ ਰਿਸ਼ਤੇ ਨੂੰ ਸੋਚਦੀ ਹੈ, ਤੇ ਹੁਣ ਜਦੋਂ ਉਹਨੂੰ ਲੱਗਦਾ ਹੈ ਕਿ ਦੋਸਤੀ ਵੀ ਚੰਗੀ ਹੈ, ਪਰ ਹੁਣ ਦੋਸਤੀ ਦੇ ਵਿੱਚ ਵੀ ਨੁਕਸ ਹੈ। ਕਿਉਂ? ਕਿਉਂਕਿ ਸੋਚਦੀ ਹਾਂ ਜ਼ਮੀਨ ਦਾ ਇਹ ਇੱਕ ਨਿੱਕਾ ਜਿਹਾ ਟੁਕੜਾ ਕਿੱਡਾ ਵੱਡਾ ਭਰਮ, ਕਿ ਇਹ ਦੋਸਤੀ ਵੀ ਇੱਕ ਵੱਡੇ ਭੁਲੇਖੇ ਤੋਂ ਘੱਟ ਨਹੀਂ ਹੈ। ਇਹ ਵੀ ਇੱਕ ਭਰਮ ਹੈ ਕਿ ਮੈਂ ਕਿਸੇ ਦੀ ਚੰਗੀ ਦੋਸਤ ਹਾਂ, ਕਿਉਂਕਿ ਉਹ ਅਗਲਾ ਬੰਦਾ ਤਾਂ ਉਸ ਦੋਸਤੀ ਨੂੰ ਵੀ ਲੁਕੋ ਰਿਹਾ। ਉਸ ਉੱਪਰ ਬੋਲੇ ਸੰਵਾਦ ਕਿੱਡਾ ਸੰਘਣਾ ਸ਼ਬਦ ਜਾਲ, ਤੇ ਇਸ ਪ੍ਰੇਮ ਦੀ ਜ਼ਮੀਨ ਦੇ ਉੱਤੇ ਬੋਲੇ ਹੋਏ ਸ਼ਬਦ ਕਿੰਨਾ ਵੱਡਾ ਕਹਿੰਦੀ ਸੰਘਣਾ ਜਾਲ ਹੈ, ਜਿਹਦੇ ਵਿੱਚੋਂ ਬੰਦਾ ਨਿਕਲ ਨਹੀਂ ਪਾਉਂਦਾ। ਤੇ ਜੇ ਕਿਤੇ ਟੱਕਰ ਪਵੇ ਤਾਂ ਕਿੰਨੇ ਸੱਚੇ ਕਿੰਨੇ ਤਿੱਖੇ ਹੁੰਦੇ ਨੇ ਰੁਕਮਣੀ ਦੀਆਂ ਨਜ਼ਰਾਂ ਦੇ ਤੀਰ। ਤੇ ਜੇਕਰ ਅਚਾਨਕ ਕਿਤੇ ਪਤਨੀ ਆ ਜਾਂਦੀ ਹੈ, ਰੁਕਮਣੀ ਆ ਜਾਂਦੀ ਹੈ, ਤਾਂ ਕਿਆ ਉਹ ਮਰਦ ਉਸ ਰੁਕਮਣੀ ਦਾ ਸਾਹਮਣਾ ਕਰ ਪਾਏਗਾ? ਕਿਉਂਕਿ ਰੁਕਮਣੀ ਪਤਨੀ ਦੀਆਂ ਨਜ਼ਰਾਂ ਤਾਂ ਤਿੱਖੇ ਸਵਾਲ ਕਰਨਗੀਆਂ ਕਿ ਜੋ ਤੂੰ ਕਿਹਾ ਸੀਗਾ, ਕਿਆ ਤੂੰ ਉਹਨਾਂ ਸ਼ਬਦਾਂ ਦੇ ਉੱਤੇ ਉਤਰਿਆ ਪੂਰਾ? ਇੰਝ ਜਦੋਂ ਕਦੇ ਵੀ ਤੁਰੀ ਖੁਦ ਨੂੰ ਸਵੀਕਾਰਨ ਦੇ ਰਾਹ, ਵਿਛ ਗਿਆ ਮੇਰੇ ਸਾਹਵੇਂ ਬਸ ਸਵਾਲਾਂ ਦਾ ਗਾ। ਤੇ ਇਸ ਤਰ੍ਹਾਂ ਉਹ ਕਹਿੰਦੀ ਹੈ ਕਿ ਮੈਂ ਰੁਕਮਣੀ ਰਾਧਾ ਜਾਂ ਗੋਪੀ ਦੇ ਰਾਹ ਤੇ ਜਦੋਂ ਵੀ ਤੁਰਨਾ ਸਵੀਕਾਰ ਕੀਤਾ ਤਾਂ ਉਦੋਂ ਹੀ ਮੇਰੇ ਸਾਹਮਣੇ ਕਈ ਸਵਾਲ ਖੜੇ ਹੋ ਗਏ, ਕੜਮਸ ਸਵਾਲਾਂ ਦਾ ਪੈ ਗਿਆ। ਪਰ ਜਾਣਦੀ ਹਾਂ ਇੱਕ ਭਰਮ ਹੈ ਕ੍ਰਿਸ਼ਨ, ਬਸ ਕਹਿੰਦੀ ਪਰ ਮੈਨੂੰ ਪਤਾ ਹੈ ਕਿ ਕ੍ਰਿਸ਼ਨ ਇੱਕ ਸਿਰਫ ਭੁਲੇਖਾ ਹੈ, ਕਿਉਂਕਿ ਹੁਣ ਦੇ ਸਮੇਂ ਦੇ ਵਿੱਚ ਕ੍ਰਿਸ਼ਨ ਨਹੀਂ ਹੋ ਸਕਦਾ, ਤੇ ਔਖਾ ਹੈ ਬੜਾ ਸਿਰਫ ਉਹਦੀ ਰੁਕਮਣੀ ਰਾਧਾ ਜਾਂ ਫਿਰ ਕੋਈ ਗੋਪੀ ਹੋਣਾ। ਤੇ ਇਹ ਹੁਣ ਦੇ ਸਮੇਂ ਦੇ ਵਿੱਚ ਬਹੁਤ ਔਖਾ ਹੈ ਕਿ ਉਹ ਕਿਸੇ ਕ੍ਰਿਸ਼ਨ ਦੀ ਰੁਕਮਣੀ ਰਾਧਾ ਜਾਂ ਗੋਪੀ ਹੋਵੇ। ਇਹ ਤਾਂ ਨੇ ਸਭ ਆਪਣੇ ਟੁਕੜਿਆਂ 'ਚ ਘਿਰੇ ਖੁਦ ਤੋਂ ਵੀ ਚੋਰੀ ਕੀਤੀਆਂ ਯਾਰੀਆਂ ਦੇ ਸੰਵਾਦ। ਕਿਉਂਕਿ ਹੁਣ ਦੇ ਕ੍ਰਿਸ਼ਨ ਜੋ ਪਿਆਰ ਦੀ ਜ਼ਮੀਨ ਦੇ ਉੱਤੇ ਗੱਲਾਂ ਕਰਦੇ ਆ, ਸੰਵਾਦ ਰਚਾਉਂਦੇ ਆ, ਉਹ ਤਾਂ ਆਪਣੇ ਆਪ ਤੋਂ ਵੀ ਚੋਰੀ ਕਰਦੇ ਆ, ਇਸ ਯਾਰੀ ਨੂੰ, ਇਸ ਦੋਸਤੀ ਨੂੰ ਚੋਰੀ ਨਿਭਾਉਂਦੇ ਆ। ਇਸ ਕਰਕੇ ਕਵਿਤਰੀ ਨੂੰ ਲੱਗਦਾ ਹੈ ਕਿ ਅੱਜ ਦਾ ਜਿਹੜਾ ਮਰਦ ਹੈ ਉਹ ਬੇਵਫਾਈ ਭਰਿਆ, ਤੇ ਉਹਦੇ ਦੋਹਰੇ ਚਰਿੱਤਰ ਦੇ ਕਰਕੇ ਇੱਕ ਇਸਤਰੀ ਦੇ ਲਈ ਉਹਦੀ ਪਤਨੀ, ਪ੍ਰੇਮਿਕਾ ਜਾਂ ਦੋਸਤ ਹੋਣਾ ਬਹੁਤ ਔਖਾ ਹੈ। ਕਿਉਂਕਿ ਜਦੋਂ ਅਸੀਂ ਕ੍ਰਿਸ਼ਨ ਦੀ ਗੱਲ ਕਰਦੇ ਹਾਂ ਤਾਂ ਉਹ ਆਪਣੀ ਪਤਨੀ ਨੂੰ ਵੀ ਇੱਜ਼ਤ ਦਿੰਦਾ, ਰਾਧਾ ਨੂੰ ਵੀ ਇੱਜ਼ਤ ਦਿੰਦਾ, ਤੇ ਆਪਣੀਆਂ ਦੋਸਤ ਗੋਪੀਆਂ ਨੂੰ ਵੀ ਇੱਜ਼ਤ ਦਿੰਦਾ। ਪਰ ਜੋ ਹੁਣ ਦਾ ਮਰਦ ਜੋ ਕ੍ਰਿਸ਼ਨ ਬਣ ਕੇ ਸਾਹਮਣੇ ਤਾਂ ਆਉਂਦਾ, ਪਰ ਨਾ ਤਾਂ ਉਹ ਚੰਗਾ ਪਤੀ ਬਣ ਪਾਉਂਦਾ, ਨਾ ਚੰਗਾ ਪ੍ਰੇਮੀ ਬਣ ਪਾਉਂਦਾ, ਤੇ ਨਾ ਹੀ ਚੰਗਾ ਉਹ ਦੋਸਤ ਬਣ ਪਾਉਂਦਾ। ਇਹ ਸਾਰਾ ਕੁਝ ਉਹ ਲੁਕਾਉਂਦਾ, ਪਤਨੀ ਤੋਂ ਆਪਣੀ ਦੋਸਤ ਜਾਂ ਪ੍ਰੇਮਿਕਾ ਨੂੰ ਲੁਕਾਉਂਦਾ, ਪ੍ਰੇਮਿਕਾ ਤੋਂ ਬਾਕੀਆਂ ਨੂੰ ਲੁਕਾਉਂਦਾ। ਉਹਨੂੰ ਦੱਸਦਾ ਰਹਿੰਦਾ ਹੈ ਕਿ ਤੂੰ ਤਾਂ ਮੇਰੀ ਹੈ, ਦੋਸਤ ਨੂੰ ਦੇ ਨਾਲ ਵੀ ਉਹ
ਨਿਆਂ ਨਹੀਂ ਕਰ ਪਾਉਂਦਾ।